ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਵਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਵਾਹਿਗੁਰੂ ਦੇ ਚਰਨ ਸ਼ਰਨਾਂ ਦੇ ਢਹਿਣ ਦੇ ਵਿੱਚ ਸਿੱਖ ਦੀ ਡੇਰ ਹੈਗੀ ਆ, ਪਰ ਗੁਰੂ ਦੇ ਕਿਰਪਾ ਕਰਨ ਦੇ ਉੱਤੇ ਡੇਰ ਨਹੀਂ ਲੱਗਦੀ ਹੈਗੀ ਆ। ਪਰ ਕਿਉਂਕਿ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਸਿੱਖ ਉਦੋਂ ਜਾਂਦਾ ਹੈਗਾ ਜਦੋਂ ਸਿੱਖ ਜਿਹੜਾ ਹੈ ਨਾ ਆਪਣੇ ਆਪ ਦੇ ਵਿੱਚ ਚਾਰੇ ਪਾਸੇ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਨਿਆਸਰਾ ਤੱਕਦਾ ਹੈਗਾ। ਜਦ ਨਿਮਾਣਾ ਨਿਤਾਣਾ ਨਿਆਸਰਾ ਤੱਕਦਾ ਹੈਗਾ ਫਿਰ ਹੀ ਗੁਰੂ ਦੀ ਸ਼ਰਨ 'ਚ ਜਾਂਦਾ ਹੈਗਾ। ਅਗਰ ਇਸ ਨਿਮਾਣੇ ਨਿਤਾਣੇ ਨਿਆਸਰਿਆਂ ਦੇ ਵਿੱਚ ਵੀ ਅਗਰ ਮਨੁੱਖ ਦੇ ਅੰਦਰ ਕੋਈ ਨਾ ਕੋਈ ਸੰਸਾ ਆ ਜਾਵੇ ਤੇ ਇਹ ਜਿਹੜਾ ਛੋਟਾ ਜਿਹਾ ਸੰਸਾ ਗੁਰੂ ਦੇ ਸਿੱਖ ਦੇ ਵਿਚਕਾਰ ਇੱਕ ਬਹੁਤ ਵੱਡਾ ਪਹਾੜ ਬਣ ਜਾਂਦਾ ਹੈਗਾ। ਇਹ ਜਿਹੜਾ ਹੈ ਨਾ ਬਣਿਆ ਹੋਇਆ ਪਹਾੜ ਹੈਗਾ, ਫਿਰ ਸਿੱਖ ਦੀ ਸ਼ਰਧਾ ਇਸ ਪਹਾੜ ਦੇ ਕਾਰਨ ਅਧੂਰੀ ਰਹਿ ਜਾਂਦੀ ਆ। ਸਿੱਖ ਦਾ ਕਾਰਜ ਸਿਰੇ ਨਹੀਂ ਚੜ੍ਹਦਾ। ਕਿਉਂਕਿ ਉਸ ਟਾਈਮ ਜਦ ਇਹ ਸੰਸਾ ਪੈਦਾ ਹੁੰਦਾ ਹੈ ਤਾਂ ਇਹ ਸੰਸੇ ਦੇ ਕਾਰਨ ਫਿਰ ਸਿੱਖ ਜਿਹੜਾ ਹੈ ਨਾ ਉਹਦਾ ਭਰੋਸਾ ਗੁਰੂ 'ਤੇ ਘੱਟ ਆ, ਫਿਰ ਆਪਣੀ ਸਿਆਣਪ 'ਤੇ ਜ਼ਿਆਦਾ ਹੋ ਜਾਂਦਾ ਹੈ। ਅਤੇ ਜਦ ਸਿਆਣਪ 'ਤੇ ਭਰੋਸਾ ਆ ਜਾਵੇ ਤਾਂ ਫਿਰ ਗੁਰਬਾਣੀ ਆਖਦੀ ਹੈ ਕਿ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਫਿਰ ਉਹਦੀ ਸਿਆਣਪ ਇੱਕ ਨਹੀਂ ਚੱਲਦੀ। ਇਸ ਕਰਕੇ ਭਾਈ ਅਗਰ ਅਸੀਂ ਗੁਰੂ ਦੇ ਚਰਨ ਸ਼ਰਨ ਵਿੱਚ ਜਾਣਾ ਹੈਗਾ ਤਾਂ ਬਿਲਕੁਲ ਤੀਰ ਵਾਂਗੂ ਸਿੱਧੇ ਗੁਰੂ ਦੇ ਚਰਨਾਂ ਨਾਲ ਜੋੜਨਾ ਹੈਗਾ ਔਰ ਕਿਸੇ 'ਤੇ ਓਟ ਆਸਰਾ ਨਹੀਂ ਰੱਖਣਾ। ਕਿਵੇਂ? ਜਿਵੇਂ ਦ੍ਰੋਪਦੀ ਜਦ ਤੱਕ ਇੱਧਰ ਉੱਧਰ ਦੀ ਆਸ ਤੱਕਦੀ ਰਹੀ ਤਦ ਤੱਕ ਉਸ ਦੀ ਜਿਹੜੀ ਇੱਜ਼ਤ ਸੀ ਖਤਰੇ ਵਿੱਚ ਰਹੀ, ਪਰ ਜਦੋਂ ਉਹਨੇ ਸਭ ਦੀ ਓਟ ਤਿਆਗਤੀ, ਸਭ ਦਾ ਆਸਰਾ ਤਿਆਗ ਦਿੱਤਾ, ਇੱਥੋਂ ਤੱਕ ਕਿ ਆਪਣੇ ਆਪ ਨੂੰ ਵੀ ਤਿਆਗ ਦਿੱਤਾ ਅਤੇ ਇੱਕ ਦੀ ਸ਼ਰਨ ਲਈ, ਤਾਂ ਫਿਰ ਆਪ ਸੰਗਤਾਂ ਜਾਣਦੀਆਂ ਕਿ ਉਹਦੀ ਪੱਤ ਜਿਹੜੀ ਹੈ ਨਾ ਫਿਰ ਕਿਵੇਂ ਭਰੀ ਸਭਾ ਦੇ ਵਿੱਚ ਰਹੀ ਆ। ਇਸੇ ਤਰ੍ਹਾਂ ਸਿੱਖ ਹੈਗਾ। ਅਗਰ ਸਿੱਖ ਸਾਰੀਆਂ ਸਿਆਣਪਾਂ ਚੁਸਤ ਚਲਾਕੀਆਂ ਸਾਰੇ ਸੰਸ਼ੇ ਤਿਆਗ ਕੇ ਬਿਲਕੁਲ ਨਿਮਾਣਾ ਨਿਤਾਣਾ ਆਸਰਾ ਰਹਿਤ ਹੋ ਕੇ ਅਗਰ ਗੁਰੂ ਦੀ ਸ਼ਰਨ ਵਿੱਚ ਚਲਾ ਜਾਵੇ ਤਾਂ ਫਿਰ ਬਾਕੀ ਗੁਰੂ ਨੂੰ ਇਸ ਤਰ੍ਹਾਂ ਸੰਭਾਲਦਾ ਜਿਵੇਂ ਇੱਕ ਮਾਂ ਜਿਹੜੀ ਆ ਆਪਣੇ ਬੱਚੇ ਨੂੰ ਸੰਭਾਲਦੀ ਹੈਗੀ ਆ। ਅੱਜ ਦੱਸ ਇਸੇ ਸੰਬੰਧ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਜਿਸ ਘਟਨਾ ਦੇ ਅੰਦਰ ਜਦ ਸੰਸਾ ਆ ਗਿਆ ਅਤੇ ਤਦ ਉਸ ਸੰਸੇ ਦੇ ਕਾਰਨ ਉਹ ਜਿਹੜਾ ਕਾਰਜ ਜਿਹੜੇ ਗੁਰਸਿੱਖ ਕਰਨਾ ਚਾਹੁੰਦੇ ਸੀ ਉਸ ਦੇ ਵਿੱਚ ਰੋਕ ਲੱਗ ਗਈ। ਪਰ ਜਦੋਂ ਉਹਨਾਂ ਗੁਰਸਿੱਖਾਂ ਨੇ ਉਹ ਸੰਸਾ ਤਿਆਗ ਦਿੱਤਾ, ਭਰਮ ਭੁਲੇਖੇ ਛੱਡ ਦਿੱਤੇ, ਨਿਮਾਣੇ ਨਿਤਾਣੇ ਨਿਆਸਰੇ ਹੋ ਕੇ ਗੁਰੂ ਦੀ ਸ਼ਰਨ ਲਈ, ਫਿਰ ਦੇਖੋ ਕਿਵੇਂ ਇੱਕ ਅਚਰਜ ਘਟਨਾ ਉਹਨਾਂ ਦੇ ਨਾਲ ਵਾਪਰੀ। ਇਸ ਦਾ ਇੱਕ ਖੁਲਾਸਾ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ ਲੁਧਿਆਣੇ ਇੱਕ ਨਗਰ ਵਾ, ਜਿਸ ਨਗਰ ਦਾ ਨਾਂ ਜਿਹੜਾ ਹਨ ਜਥੇਦਾਰ ਬਾਬਾ ਰਣਧੀਰ ਸਿੰਘ ਹੋਣਾ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਰਣਧੀਰ ਸਿੰਘ ਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ। ਇਸ ਪਰਿਵਾਰ ਦੀ ਇੱਕ ਬੀਬੀ ਜਿਸ ਦੀ ਇੱਕ ਚੈਸਟ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਕੈਂਸਰ ਵਰਗੀ ਬਿਮਾਰੀ ਹੋ ਗਈ ਕਿ ਉਹਦੀ ਜਿਹੜੀ ਚੈਸਟ ਸੀਗੀ ਹੈ ਨਾ ਉਹ ਚੈਸਟ ਸਮਾਂ ਪਾ ਕੇ ਅੱਗੇ ਤੋਂ ਅੱਗੇ ਉਹ ਵੱਧਦੀ ਗਈ ਔਰ ਇੰਨੀ ਵੱਧਦੀ ਗਈ, ਇੰਨੀ ਭਾਰੀ ਹੋ ਗਈ ਕਿ ਉਹ ਬੀਬੀ ਨੂੰ ਉਸ ਚੈਸਟ ਦੇ ਵਾਸਤੇ ਇੱਕ ਖਾਸ ਕੱਪੜੇ ਦੇ ਨਾਲ ਇਸ ਚੈਸਟ ਨੂੰ ਆਪਣੇ ਨਾਲ ਲਪੇਟ ਕੇ ਰੱਖਣਾ ਉਹਦੇ ਵਾਸਤੇ ਬਹੁਤ ਭਾਰੀ ਮੁਸੀਬਤ ਹੋ ਗਈ ਸੀ। ਜਦ ਮੁਸੀਬਤ ਹੋ ਗਈ, ਹੁਣ ਇਹ ਜਿਹੜੀ ਬਿਮਾਰੀ ਚੈਸਟ ਦੀ ਸੀ ਇਹ ਸਭ ਨੂੰ ਨਜ਼ਰ ਆਉਂਦੀ ਸੀ ਕਿ ਇੱਕ ਪਾਸੇ ਉਹਦੀ ਛਾਤੀ ਛੋਟੀ, ਦੂਸਰੇ ਪਾਸੇ ਬਹੁਤ ਵੱਡੀ। ਇਸ ਕਰਕੇ ਇਹ ਬੀਬੀ ਜਿਹੜੀ ਸੀਗੀ ਇਸ ਨੇ ਕਿਸੇ ਗੁਰਸਿੱਖ ਦੇ ਨਾਲ ਸਲਾਹ ਕੀਤੀ ਜਿਹਦੇ ਉੱਤੇ ਇਸ ਪਰਿਵਾਰ ਨੂੰ ਸ਼ਰਧਾ ਸੀ। ਉਹਨਾਂ ਨੂੰ ਆਖਿਆ ਕਿ ਕੋਈ ਐਸਾ ਜਾਣਕਾਰ ਡਾਕਟਰ ਹੈਗਾ ਜਿਹੜਾ ਇਸ ਚੈਸਟ ਦੀ ਬਿਮਾਰੀ ਦਾ ਇਲਾਜ ਕਰ ਸਕੇ। ਫਿਰ ਉਸ ਸੱਜਣ ਨੇ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਇੱਕ ਚੰਗਾ ਡਾਕਟਰ ਜਿਹੜਾ ਇੱਥੇ ਦਾ ਸਪੈਸ਼ਲਿਸਟ ਸੀਗਾ ਉਸ ਨੂੰ ਦਿਖਾ ਲਓ। ਦੇਖੋ ਇਹ ਜਿਹੜਾ ਪਰਿਵਾਰ ਸੀਗਾ ਜਾਂ ਉਸ ਡਾਕਟਰ ਦੇ ਪਾਸ ਗਿਆ ਅਤੇ ਉਸ ਡਾਕਟਰ ਨੇ ਜਦ ਇਸ ਦਾ ਸਕੈਨਿੰਗ ਕੀਤੀ, ਨਿਰੀਖਣ ਕੀਤਾ ਤਾਂ ਉਸਨੇ ਆਖਿਆ ਕਿ ਇਹ ਜਿਹੜਾ ਤੁਹਾਡੀ ਚੈਸਟ ਦਾ ਰੋਗ ਹੈਗਾ ਇਹ ਬੜਾ ਗੰਭੀਰ ਹੈਗਾ, ਇਸ ਕਰਕੇ ਇਹਦਾ ਇਲਾਜ ਇੱਥੇ ਨਹੀਂ ਹੋ ਸਕਦਾ, ਇਹਦਾ ਇਲਾਜ ਕੇਵਲ ਅਤੇ ਕੇਵਲ ਅਮਰੀਕਾ ਦੇ ਵਿੱਚ ਵਾ।
ਅਗਰ ਤੁਹਾਡੇ ਕੋਲ ਹੋ ਸਕੇ ਤਾਂ ਤੁਸੀਂ ਅਮਰੀਕਾ ਚਲੇ ਜਾਓ, ਉੱਥੇ ਜਾ ਕੇ ਇਹਦਾ ਇਲਾਜ ਕਰਾਓਗੇ ਤਾਂ ਬਿਹਤਰ ਰਹੋਗੇ, ਕਿਉਂਕਿ ਇੱਥੇ ਆਲੇ ਦੁਆਲੇ ਇੰਡੀਆ ਦੇ ਵਿੱਚ ਇਹਦਾ ਇਲਾਜ ਬੜਾ ਮੁਸ਼ਕਲ ਹੈਗਾ। ਖੈਰ ਜਦ ਉਸ ਪਰਿਵਾਰ ਨੇ ਸੁਣਿਆ ਤੇ ਫਿਰ ਮਨ ਦੇ ਵਿੱਚ ਆਖਿਆ ਕਿ ਜੇ ਅਸੀਂ ਵੈਸੇ ਮੈਡੀਕਲ ਵੀਜ਼ਾ ਲਈਏ ਤਾਂ ਖਰਚਾ ਬੜਾ ਆਊਗਾ, ਕਿਉਂ ਨਾ ਹੋਵੇ ਕਿ ਕਿਸੇ ਤਰੀਕੇ ਦੇ ਨਾਲ ਅਮਰੀਕਾ ਜਾਇਆ ਜਾਵੇ। ਅਤੇ ਇਸ ਕਰਕੇ ਇਹਨਾਂ ਨੇ ਜਿਹੜਾ ਸੀਗਾ ਇੱਕ ਕਿਸੇ ਏਜੰਟ ਦੇ ਨਾਲ ਇਹ ਸਾਰੀ ਗੱਲਬਾਤ ਕੀਤੀ। ਤਾਂ ਉਸ ਨੇ ਫਿਰ ਸਲਾਹ ਦਿੱਤੀ ਕਿ ਤੁਹਾਨੂੰ ਆਪਣਾ ਪਹਿਲਾਂ ਜਿਹੜਾ ਮੈਡੀਕਲ ਵਾ ਨਾ ਇਹ ਕਰਾਉਣਾ ਪੈਣਾ ਹੈਗਾ। ਅਗਰ ਤੁਸੀਂ ਆਪਣੇ ਮੈਡੀਕਲ ਵਿੱਚੋਂ ਪਾਸ ਹੋ ਜਾਓਗੇ ਤਾਂ ਫਿਰ ਤੁਹਾਡੇ ਵਾਸਤੇ ਵੀਜ਼ੇ ਦਾ ਰਾਹ ਖੁੱਲ੍ਹ ਸਕਦਾ ਹੈਗਾ। ਜਦ ਉਹਨੇ ਇਹ ਸਲਾਹ ਦਿੱਤੀ ਤਾਂ ਇਹ ਪਰਿਵਾਰ ਨੇ ਹੁਣ ਮਨ 'ਚ ਸੋਚਿਆ ਕਿ ਚੈਸਟ ਦਾ ਰੋਗ ਹੈਗਾ ਅਤੇ ਇਹ ਤਾਂ ਰੋਗ ਸਾਹਮਣੇ ਨਜ਼ਰ ਆਉਂਦਾ ਹੈਗਾ ਕਿ ਜਿਹੜੇ ਡਾਕਟਰ ਹੈਗੇ ਆ ਉਹ ਕਿਵੇਂ ਇਹ ਜਿਹੜੀ ਚਿੱਟ ਹੈਗੀ ਆ ਇਹ ਬਿਲਕੁਲ ਕਲੀਅਰ ਕਰ ਦੇਣਗੇ ਕਿ ਇਹਨੂੰ ਕੋਈ ਰੋਗ ਨਹੀਂ। ਇਹ ਕਲੀਅਰ ਚਿੱਟ ਡਾਕਟਰ ਕਿਵੇਂ ਦੇ ਸਕਦੇ ਆ? ਇਹ ਕੁਦਰਤੀ ਮਨ ਦੇ ਵਿੱਚ ਪਹਿਲਾ ਪ੍ਰਸ਼ਨ ਇਹਨਾਂ ਵਾਸਤੇ ਸੀਗਾ। ਪਰ ਜਦ ਇਹ ਦੁਬਾਰਾ ਫਿਰ ਉਸ ਗੁਰਸਿੱਖ ਕੋਲ ਗਏ ਤਾਂ ਫਿਰ ਉਸ ਗੁਰਸਿੱਖ ਨੇ ਦੱਸਿਆ ਕਿ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਅਗਰ ਅਸੀਂ ਗੁਰੂ 'ਤੇ ਭਰੋਸਾ ਰੱਖਦੇ ਹਾਂ ਨਾ ਤਾਂ ਫਿਰ ਗੁਰੂ ਸਮਰੱਥ ਹੈ। ਗੁਰਬਾਣੀ ਕਹਿੰਦੀ ਕਿ ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਇਸ ਕਰਕੇ ਗੁਰੂ 'ਤੇ ਪੂਰਨ ਭਰੋਸਾ ਰੱਖੋ। ਜੇ ਤੁਸੀਂ ਗੁਰੂ 'ਤੇ ਭਰੋਸਾ ਰੱਖੋਗੇ ਫਿਰ ਡਾਕਟਰ ਕੀ, ਮਸ਼ੀਨਾਂ ਕੀ, ਫਿਰ ਸਾਇੰਸ ਕੀ, ਇਹ ਗੁਰੂ ਦੇ ਅੱਗੇ ਕੁਛ ਵੀ ਨਹੀਂ ਹੈਗਾ। ਗੁਰੂ ਐਸਾ ਸਮਰੱਥ ਹੈ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਰਾਮ। ਜਦ ਉਸ ਗੁਰਸਿੱਖ ਨੇ ਇਹਨਾਂ ਨੂੰ ਇਸ ਤਰ੍ਹਾਂ ਸਮਝਾਇਆ ਅਤੇ ਇਹ ਪਰਿਵਾਰ ਨੂੰ ਫਿਰ ਜਿਹੜਾ ਸੀਗਾ ਭਰੋਸਾ ਆ ਗਿਆ। ਫਿਰ ਉਹ ਗੁਰਸਿੱਖ ਨੇ ਕਿਹਾ ਕਿ ਇਸ ਤਰ੍ਹਾਂ ਕਰੋ, ਤੁਸੀਂ ਜਦੋਂ ਦਿੱਲੀ ਜਾਣਾ ਹੈ ਨਾ ਆਪਣੀ ਇਹ ਮੈਡੀਕਲ ਜਾਂਚ ਕਰਾਉਣ ਵਾਸਤੇ, ਸਭ ਤੋਂ ਪਹਿਲਾਂ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਚੱਲ ਜਿਓ। ਉੱਥੇ ਜਾ ਕੇ ਉਹ ਗੁਰਸਿੱਖ ਨੇ ਇੱਕ ਸ਼ਬਦ ਦਿੱਤਾ ਅਤੇ ਇਹ ਵੀ ਆਖਿਆ ਕਿ ਉੱਥੇ 2.5 ਘੰਟੇ ਦਾ ਤੁਸੀਂ ਪਹਿਲਾਂ ਨੇਮ ਕਰਨਾ ਹੈਗਾ। ਜਦ ਨੇਮ ਕਰਨਾ ਫਿਰ ਤੁਸੀਂ ਅਰਦਾਸ ਕਰਨੀ ਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ। ਜਦੋਂ ਅਰਦਾਸ ਕਰੋਗੇ ਅਰਦਾਸ ਦੇ ਅਖੀਰ 'ਚ ਇੱਕ ਬੇਨਤੀ ਕਰਨੀ ਆ ਕਿ ਅਸੀਂ ਆਪਣੀ ਡਾਕਟਰੀ ਰਿਪੋਰਟ ਵਾਸਤੇ ਹੌਸਪੀਟਲ ਜਾ ਰਹੇ ਹਾਂ ਅਤੇ ਤੁਸੀਂ ਸਾਡੇ ਨਾਲ ਹੀ ਚੱਲੋ। ਇਹ ਕਹਿੰਦੇ ਗੱਲ ਤੁਸੀਂ ਜ਼ਰੂਰ ਕਹਿਣੀ ਆ, ਇਹ ਚੇਤਾ ਨਹੀਂ ਭੁਲਾਉਣਾ ਹੈਗਾ। ਫਿਰ ਤੁਸੀਂ ਦੇਖੋਗੇ ਕਿ ਕਿਵੇਂ ਗੁਰੂ ਵਰਤਦਾ ਹੈਗਾ। ਜਦ ਇਸ ਪਰਿਵਾਰ ਨੂੰ ਉਸ ਗੁਰਸਿੱਖ ਨੇ ਸਾਰੀ ਵਿਧੀ ਚੰਗੀ ਤਰ੍ਹਾਂ ਸਮਝਾ ਦਿੱਤੀ, ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਸੀਗਾ ਨਾ ਫਿਰ ਦਿੱਲੀ ਆ ਗਿਆ। ਜਦ ਦਿੱਲੀ ਆ ਗਿਆ ਤਾਂ ਗੁਰਸਿੱਖ ਦੇ ਕਹਿਣ ਦੇ ਉੱਤੇ ਸਭ ਤੋਂ ਪਹਿਲਾਂ ਇਹ ਪਰਿਵਾਰ ਸੀਸਗੰਜ ਗੁਰਦੁਆਰੇ ਸਾਹਿਬ ਪਹੁੰਚਿਆ ਸੀ। ਜਦ ਉੱਥੇ ਪਹੁੰਚਿਆ ਤਾਂ ਇਹਨਾਂ ਨੇ ਬਿਲਕੁਲ ਉਹ ਗੁਰਸਿੱਖ ਦਾ ਦਿੱਤਾ ਨੇਮ 2.5 ਘੰਟੇ ਦਾ ਉੱਥੇ ਕੀਤਾ। ਫਿਰ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਇਸੇ ਬੀਬੀ ਨੇ ਫਿਰ ਬੇਨਤੀ ਕੀਤੀ ਕਿ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਅਸੀਂ ਹੌਸਪੀਟਲ ਡਾਕਟਰੀ ਵਾਸਤੇ ਜਾ ਰਹੇ ਹਾਂ, ਇਸ ਕਰਕੇ ਤੁਸੀਂ ਸਾਡੇ ਨਾਲ ਹੀ ਚੱਲੋ। ਇਹ ਅਰਦਾਸ ਬੇਨਤੀ ਕਰਕੇ ਇਹ ਪਰਿਵਾਰ ਜਿਹੜਾ ਸੀਗਾ ਫਿਰ ਉਸ ਹੌਸਪੀਟਲ ਚਲ ਗਿਆ ਜਿੱਥੇ ਇਹਨਾਂ ਦਾ ਜਿਹੜੀ ਸੀ ਉਹ ਡਾਕਟਰੀ ਜਾਂਚ ਹੋਣੀ ਸੀ। ਜਦ ਉੱਥੇ ਪਹੁੰਚਾ ਉਸ ਤੋਂ ਬਾਅਦ ਸਬੱਬ ਐਸਾ ਹੋਇਆ ਕਿ ਉਸ ਹੌਸਪੀਟਲ ਦੇ ਵਿੱਚ ਜਿਹੜੀ ਲੜਕੀ ਕਾਗਜ਼ ਪੱਤਰ ਤਿਆਰ ਕਰਦੀ ਸੀ ਉਹ ਲੜਕੀ ਜਿਹੜੀ ਸੀ ਇਸੇ ਬੀਬੀ ਦੇ ਪਿੰਡ ਦੀ ਸੀ। ਜਦ ਇਸੇ ਬੀਬੀ ਦੇ ਪਿੰਡ ਦੀ ਸੀ ਤਾਂ ਫਿਰ ਕੀ ਸੀ, ਇਸ ਬੀਬੀ ਨੇ ਸੋਚਿਆ ਵੀ ਇਹ ਤਾਂ ਲੜਕੀ ਮੇਰੇ ਪਿੰਡ ਦੀ ਆ ਅਤੇ ਇਸ ਕਰਕੇ ਮੈਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆਊਗੀ। ਇਸ ਕਰਕੇ ਮੈਂ ਕਿਉਂ ਨਾ ਹੋਵਾਂ ਕਿ ਇਹਦੇ ਨਾਲ ਪਹਿਲਾਂ ਗੱਲ ਖੋਲ੍ਹ ਲਵਾਂ, ਕਿਉਂਕਿ ਇਹ ਲੜਕੀ ਇਸੇ ਹੀ ਹੌਸਪੀਟਲ 'ਚ ਕੰਮ ਕਰਦੀ ਹੈ ਅਤੇ ਇਹਦੀ ਡਾਕਟਰਾਂ ਦੇ ਨਾਲ ਵਾਕਬੀਤ ਹੋਊਗੀ ਅਤੇ ਥੋੜ੍ਹੀ ਬਹੁਤ ਫਰਮਾਇਸ਼ ਕਰਕੇ ਅਤੇ ਮੈਨੂੰ ਜਿਹੜਾ ਮੈਡੀਕਲ ਦੀ ਕਲੀਅਰ ਚਿੱਟ ਵਾ ਇਹ ਮੈਨੂੰ ਜ਼ਰੂਰ ਦੇ ਦੇਗੀ। ਲਓ ਜੀ, ਇਹ ਸੋਚ ਕੇ ਉਸ ਬੀਬੀ ਨੇ ਕੀ ਕੀਤਾ, ਉਸ ਲੜਕੀ ਦੇ ਨਾਲ ਜਿਹੜੀ ਸੀ ਆਪਣੀ ਗੱਲ ਕਰ ਲਈ। ਗੱਲਬਾਤ ਵਿੱਚ ਉਹਨੇ ਸਾਰਾ ਭੇਦ ਖੋਲ੍ਹ ਦਿੱਤਾ ਕਿ ਕਿਵੇਂ ਮੇਰੀ ਇੱਕ ਜਿਹੜੀ ਚੈਸਟ ਹੈਗੀ ਆ ਉਹ ਕਾਫੀ ਭਾਰੀ ਹੋ ਗਈ ਆ ਅਤੇ ਜਿਸ ਕਰਕੇ ਅਸੀਂ ਇਹਦਾ ਇਲਾਜ ਇੱਥੇ ਨਹੀਂ ਕਰਾ ਸਕਦੇ, ਮੈਨੂੰ ਅਮਰੀਕਾ ਜਾਣਾ ਪੈਣਾ ਹੈਗਾ ਅਤੇ ਮੈਨੂੰ ਮੈਡੀਕਲ ਦੀ ਕਲੀਅਰੈਂਸ ਜਿਹੜੀ ਚਿੱਟ ਹੈਗੀ ਆ ਇਹ ਜ਼ਰੂਰ ਚਾਹੀਦੀ ਆ। ਅਤੇ ਇਹ ਚਿੱਟ ਜਿਹੜੀ ਆ ਕਹਿੰਦੀ ਵੀ ਤੂੰ ਹੀ ਦਵਾ ਸਕਦੀ ਆ, ਕਿਉਂਕਿ ਤੂੰ ਇਸ ਹੌਸਪੀਟਲ 'ਚ ਕੰਮ ਕਰਦੀ ਆ, ਬਾਕੀ ਇਸ ਹੌਸਪੀਟਲ 'ਚ ਕੰਮ ਕਰਨੇ ਡਾਕਟਰ ਤੇਰੇ ਵਾਕਬ ਹੈਗੇ ਆ ਅਤੇ ਤੂੰ ਇਹ ਕੰਮ ਜ਼ਰੂਰ ਕਰ ਦੇ। ਦੇਖੋ ਉਸ ਬੀਬੀ ਨੇ ਇਹ ਜਿਹੜੀ ਸਿਆਣਪ ਸੀ ਇਹ ਉਦੋਂ ਵਰਤੀ ਜਦੋਂ ਗੁਰੂ ਦਾ ਭਰੋਸਾ ਜਿਹੜਾ ਸੀਗਾ ਉਹਦੇ ਮਨ ਦੇ ਅੰਦਰੋਂ ਫਿੱਕਾ ਹੋ ਗਿਆ। ਕਿਉਂ ਗੁਰਸਿੱਖ ਨੇ ਕਿਹਾ ਸੀਗਾ ਕਿ ਅਗਰ ਕੋਈ ਗੁਰੂ ਦਾ ਭਰੋਸਾ ਲੈ ਕੇ ਤੁਰੇ, ਸੰਸ਼ਾ ਨਾ ਕਰੇ ਕਿਸਮ ਦਾ, ਕਿਸੇ ਤਰ੍ਹਾਂ ਦੀ ਕੋਈ ਸਿਆਣਪ ਨਾ ਕਰੇ ਅਤੇ ਗੁਰੂ ਵਰਤਦਾ ਹੈਗਾ। ਪਰ ਦੇਖੋ ਇਸ ਬੀਬੀ ਨੇ ਗੁਰੂ ਦਾ ਭਰੋਸਾ ਉਸ ਲੜਕੀ ਨੂੰ ਦੇਖਦੇ ਸਾਰੀ ਫਿੱਕਾ ਹੋ ਗਿਆ। ਉਸ ਲੜਕੀ ਦੇ ਉੱਤੇ ਭਰੋਸਾ ਜ਼ਿਆਦਾ ਵੱਧ ਗਿਆ। ਜਦ ਇਸ ਬੀਬੀ ਨੇ ਉਸ ਲੜਕੀ ਦੇ ਨਾਲ ਜਿਹੜੀ ਇਹਦੇ ਪਿੰਡ ਦੀ ਸੀ ਸਾਰੀ ਗੱਲਬਾਤ ਕੀਤੀ, ਉਹ ਲੜਕੀ ਜਿਹੜੀ ਸੀ ਅੰਦਰ ਗਈ। ਉਸ ਲੜਕੀ ਨੇ ਕੀ ਡਾਕਟਰ ਨਾਲ ਗੱਲ ਕੀਤੀ ਕੀ ਨਹੀਂ ਕੀਤੀ ਇਹ ਤਾਂ ਕੋਈ ਜਾਣਦਾ ਨਹੀਂ ਹੈਗਾ, ਕਿਉਂਕਿ ਸਭ ਨੂੰ ਆਪਣੀ ਨੌਕਰੀ ਪਿਆਰੀ ਆ।
ਹਰੇਕ ਬੰਦਾ ਜਿਹੜਾ ਹੈ ਇਸ ਚੀਜ਼ ਨੂੰ ਜਾਣਦਾ ਹੈਗਾ। ਪਰ ਜਿਉਂ ਹੀ ਇਸ ਬੀਬੀ ਦੀ ਜਿਹੜੀ ਜਦ ਵਾਰੀ ਆਈ ਤਾਂ ਜਦ ਉਹ ਡਾਕਟਰਾਂ ਦੀ ਟੀਮ ਦੇ ਜਾ ਕੇ ਬੈਠੀ, ਉਹ ਡਾਕਟਰ ਕਹਿਣ ਲੱਗੇ ਕਿ ਬੀਬਾ ਤੈਨੂੰ ਇੱਥੇ ਆਉਣ ਦੀ ਲੋੜ ਨਹੀਂ, ਕਿਉਂਕਿ ਤੇਰਾ ਜਿਹੜਾ ਰੋਗ ਆ ਨਾ ਸਾਨੂੰ ਪਹਿਲਾਂ ਹੀ ਦੀਦਾ ਹੈਗਾ, ਅਤੇ ਜਦ ਤੇਰਾ ਰੋਗ ਦੀਦਾ ਹੈਗਾ ਅਤੇ ਤੈਨੂੰ ਕਲੀਅਰੈਂਸ ਜਿਹੜੀ ਚਿੱਟ ਹੈਗੀ ਆ ਉਹ ਤੈਨੂੰ ਕਿਵੇਂ ਮਿਲ ਸਕਦੀ ਆ? ਇਹ ਚਿੱਟ ਜਿਹੜੀ ਆ ਤੈਨੂੰ ਮਿਲ ਨਹੀਂ ਸਕਦੀ, ਕਿਉਂਕਿ ਤੇਰਾ ਰੋਗ ਸਾਫ਼ ਹੀ ਨਜ਼ਰ ਆਉਂਦਾ ਹੈਗਾ। ਕਿੱਡੀ ਭਾਰੀ ਆਪ ਜੀ ਦੀ ਚੈਸਟ ਹੈਗੀ ਆ, ਦੂਸਰੀ ਚੈਸਟ ਜਿਹੜੀ ਆ ਉਹ ਨੋਰਮਲ ਵਾ। ਜਦ ਡਾਕਟਰ ਨੇ ਇਸ ਤਰ੍ਹਾਂ ਕੀਤਾ ਤਾਂ ਉਸ ਤੋਂ ਬਾਅਦ ਇਹ ਬੀਬੀ ਦਾ ਜਿਹੜਾ ਰੰਗ ਸੀਗਾ ਉੱਡ ਗਿਆ। ਜਦ ਰੰਗ ਹੋ ਗਿਆ, ਮਨ 'ਚ ਸੋਚਿਆ ਵੀ ਮੈਂ ਫਰਮਾਇਸ਼ ਵੀ ਪਾਈ ਅਤੇ ਡਾਕਟਰਾਂ ਨੇ ਅੱਗੋਂ ਜਵਾਬ ਵੀ ਦਿੱਤਾ ਅਤੇ ਇਸ ਬੀਬੀ ਦੀ ਸੁਣੀ ਨਹੀਂ ਗਈ। ਖੈਰ ਜਦ ਇਸ ਤਰ੍ਹਾਂ ਉਹ ਸੋਚਦੀ ਸੀ ਤਾਂ ਅਚਨਚੇਤ ਉਹਦਾ ਜਿਹੜਾ ਘਰ ਵਾਲਾ ਹਰਦੀਪ ਸਿੰਘ ਜਿਹਦਾ ਨਾਂ ਸੀਗਾ, ਉਹਦੇ ਮਨ ਦੇ ਵਿੱਚ ਯਕਦਮ ਗੁਰੂ ਦੀ ਕਿਰਪਾ ਦੀ ਵਿਚਾਰ ਆਈ। ਜਦ ਵਿਚਾਰ ਆਈ ਤਾਂ ਡਾਕਟਰ ਨੂੰ ਕਹਿਣ ਲੱਗਾ ਕਿ ਤੁਸੀਂ ਬਿਨਾਂ ਕਿਸੇ ਦੇਖੇ ਤੋਂ, ਬਿਨਾਂ ਜਾਂਚ ਕੀਤੇ ਤੋਂ, ਬਿਨਾਂ ਸਕੈਨਿੰਗ ਕੀਤੇ ਤੋਂ, ਬਿਨਾਂ ਰਿਪੋਰਟ ਤੋਂ ਤੁਸੀਂ ਕਿਵੇਂ ਕਹਿ ਦਿੱਤਾ ਹੈਗਾ ਕਿ ਤੁਹਾਨੂੰ ਮੈਡੀਕਲ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਕਲੀਅਰ ਨਹੀਂ ਮਿਲੇਗੀ? ਤੁਸੀਂ ਅਗਰ ਜਾਂਚ ਨਹੀਂ ਕੀਤੀ ਫਿਰ ਤੁਸੀਂ ਕਿਵੇਂ ਇਹ ਮੂੰਹ ਜ਼ਬਾਨੀ ਕਹਿ ਦਿੱਤਾ ਹੈਗਾ? ਜਦ ਇੰਨੀ ਗੱਲ ਹੋਈ ਤਾਂ ਸਾਰੇ ਡਾਕਟਰ ਹੱਸਣ ਲੱਗ ਪਏ। ਉਹ ਹੱਸਦਿਆਂ ਹੱਸਦਿਆਂ ਕਹਿਣ ਲੱਗੇ ਸਰਦਾਰ ਜੀ ਗੱਲ ਇੱਕ ਹੈਗੀ ਆ, ਜਿਹੜਾ ਰੋਗ ਸਾਹਮਣੇ ਅੱਖਾਂ ਦੇ ਵਿੱਚ ਨਜ਼ਰ ਆਵੇ ਉਹਦਾ ਮੈਡੀਕਲ ਜਾਂਚ ਦੀ ਕੀ ਲੋੜ ਹੈਗੀ ਆ? ਇਸ ਕਰਕੇ ਤੁਸੀਂ ਆਪਣੇ ਘਰ ਜਾਵੋ ਅਤੇ ਨਾ ਤੁਸੀਂ ਸਾਡਾ ਟਾਈਮ ਖਰਾਬ ਕਰੋ ਅਤੇ ਨਾ ਅਸੀਂ ਤੁਹਾਡਾ ਕਰੀਏ। ਜਦ ਇੰਨੀ ਗੱਲ ਹੋਈ ਤਾਂ ਪਰ ਉਹ ਸਰਦਾਰ ਜੀ ਕਹਿਣ ਲੱਗੇ, ਕਹਿੰਦੇ ਵੀ ਇਹ ਗੱਲ ਨਹੀਂ ਹੈਗੀ ਆ, ਤੁਸੀਂ ਪਹਿਲਾਂ ਹੈ ਨਾ ਮੈਡੀਕਲ ਜਾਂਚ ਕਰਾਓ, ਇਹਦਾ ਟੈਸਟ ਲਵੋ, ਸਕੈਨਿੰਗ ਕਰੋ, ਰਿਪੋਰਟਾਂ ਤਿਆਰ ਕਰੋ। ਰਿਪੋਰਟਾਂ ਤਿਆਰ ਕਰੋਗੇ ਫਿਰ ਰਿਪੋਰਟਾਂ ਦੇ ਆਧਾਰ ਦੇ ਉੱਤੇ ਤੁਸੀਂ ਫਿਰ ਆਪਣਾ ਡਿਸੀਜਨ ਦਿਓ, ਜੋ ਤੁਹਾਡਾ ਡਿਸੀਜਨ ਆ। ਜਦ ਤੱਕ ਰਿਪੋਰਟਾਂ ਨਹੀਂ ਹੈ ਤੁਸੀਂ ਬਿਨਾਂ ਰਿਪੋਰਟਾਂ ਇਹ ਡਿਸੀਜਨ ਕਿਵੇਂ ਦੇ ਸਕਦੇ, ਇਹ ਫੈਸਲਾ ਕਿਵੇਂ ਦੇ ਸਕਦੇ? ਜਦ ਇੰਨੀ ਗੱਲ ਉਹ ਡਾਕਟਰ ਕਹਿਣ ਲੱਗੇ ਕਿ ਸਾਨੂੰ ਰਿਪੋਰਟਾਂ ਲੈਣ ਦੀ ਕੋਈ ਲੋੜ ਨਹੀਂ, ਰੋਗ ਤਾਂ ਅੱਖਾਂ ਮੂਹਰੇ ਦੀਦਾ। ਉਹ ਕਹਿੰਦਾ ਦੀਦੇ ਨੂੰ ਕੀ ਕਰਨਾ ਹੈਗਾ, ਦਿਸਣ ਨੂੰ ਤਾਂ ਬੜਾ ਕੁਛ ਦੀਦਾ ਹੈਗਾ, ਪਰ ਹਰੇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਹੈਗੀ। ਇਸ ਕਰਕੇ ਤੁਸੀਂ ਆਪਣਾ ਰਿਪੋਰਟਾਂ ਜ਼ਰੂਰ ਲਵੋ। ਅਗਰ ਤੁਸੀਂ ਇਸ ਤਰ੍ਹਾਂ ਮੈਡੀਕਲ ਰਿਪੋਰਟ ਨਹੀਂ ਲਵੋਗੇ ਤਾਂ ਫਿਰ ਮੈਂ ਜਿਹੜੀ ਇਹ ਤੁਹਾਡੀ ਸ਼ਿਕਾਇਤ ਫਿਰ ਉੱਪਰਲੇ ਅਧਿਕਾਰੀਆਂ ਦੇ ਪਾਸ ਜ਼ਰੂਰ ਕਰੂੰਗਾ ਕਿ ਬਿਨਾਂ ਰਿਪੋਰਟਾਂ ਤੋਂ, ਬਿਨਾਂ ਸਕੈਨਿੰਗਾਂ ਤੋਂ ਤੁਸੀਂ ਕਿਵੇਂ ਸਾਨੂੰ ਇਸ ਹੌਸਪੀਟਲ ਦੇ ਵਿੱਚੋਂ ਬਾਹਰ ਜਿਹੜਾ ਹੈਗਾ ਉਹ ਜਾਣ ਵਾਸਤੇ ਆਖ ਦਿੱਤਾ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਡਾਕਟਰ ਕਹਿਣ ਲੱਗੇ ਚਲੋ ਠੀਕ ਆ, ਅਸੀਂ ਇਹਦੀਆਂ ਰਿਪੋਰਟਾਂ ਲੈ ਲੈਂਦੇ ਹਾਂ। ਉਸ ਟਾਈਮ ਜਦ ਡਾਕਟਰਾਂ ਨੇ ਇਸ ਬੀਬੀ ਦੀਆਂ ਰਿਪੋਰਟਾਂ ਲਈਆਂ ਅਤੇ ਜਦ ਰਿਪੋਰਟਾਂ ਲੈਣ ਤੋਂ ਬਾਅਦ ਜਦ ਰਿਜ਼ਲਟ ਆਇਆ ਇਹਨਾਂ ਰਿਪੋਰਟਾਂ ਦਾ, ਤਾਂ ਉਹ ਜਿਹੜਾ ਮੇਨ ਡਾਕਟਰ ਸੀਗਾ ਉਹ ਆਪਣਾ ਸਿਰ ਫੜ ਕੇ ਬੈਠ ਕੇ ਬੜਾ ਹੈਰਾਨ ਹੋਇਆ, ਕਿਉਂਕਿ ਰਿਪੋਰਟਾਂ ਦੇ ਅੰਦਰ ਇਸ ਬੀਬੀ ਦੀ ਜਿਹੜੀ ਚੈਸਟ ਸੀਗੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਸੀ। ਬਿਲਕੁਲ ਇਹ ਜਿਹੜੀ ਚੈਸਟ ਸੀ ਇਹ ਬਿਨਾਂ ਰੋਗ ਤੋਂ ਬਿਲਕੁਲ ਨਿਲ ਸੀ। ਇਹ ਬਿਲਕੁਲ ਰਿਜ਼ਲਟ ਇਹ ਪੂਰਾ ਸਾਫ਼ ਸੀ ਕਿ ਇਸ ਛਾਤੀ ਦੇ ਅੰਦਰ ਕੋਈ ਰੋਗ ਨਹੀਂ, ਕੋਈ ਬਿਮਾਰੀ ਨਹੀਂ। ਜਦ ਇੰਨੀ ਗੱਲ ਹੋਈ ਤਾਂ ਡਾਕਟਰ ਹੱਕਾ ਬੱਕਾ ਹੋ ਗਿਆ ਵੀ ਮਸ਼ੀਨਾਂ ਵਿੱਚ ਕਿਵੇਂ ਇਹ ਸਾਰੀ ਗੱਲ ਹੈ, ਜਿਹੜੀ ਚੀਜ਼ ਸਾਹਮਣੇ ਦੀਦੀ ਆ ਮਸ਼ੀਨਾਂ ਨੇ ਕਿਵੇਂ ਉਹਦੇ ਉੱਤੇ ਨਾ ਕਰ ਦਿੱਤੀ ਹੈ ਕਿ ਇਸ ਬੀਬੀ ਨੂੰ ਰੋਗ ਕੋਈ ਨਹੀਂ। ਜਦ ਇੰਨੀ ਗੱਲ ਹੋਈ ਤਾਂ ਫਿਰ ਇਸ ਦਾ ਘਰ ਵਾਲਾ ਹਰਦੀਪ ਸਿੰਘ ਕਹਿਣ ਲੱਗਾ ਕਿ ਹਾਂ ਡਾਕਟਰ ਜੀ ਹੁਣ ਦੱਸੋ, ਤੁਹਾਡੀਆਂ ਤਾਂ ਅੱਖਾਂ ਕਹਿੰਦੀਆਂ ਸੀਗੀਆਂ ਕਿ ਇਸ ਬੀਬੀ ਨੂੰ ਰੋਗ ਆ, ਪਰ ਦੇਖੋ ਤੁਹਾਡੀਆਂ ਮਸ਼ੀਨਾਂ ਕਹਿੰਦੀਆਂ ਇਹਨੂੰ ਰੋਗ ਕੋਈ ਨਹੀਂ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹਨੇ ਸਾਰੇ ਡਾਕਟਰ ਸੱਦੇ ਆਪਣੇ ਪਾਸ। ਜਦ ਡਾਕਟਰ ਸੱਦੇ, ਡਾਕਟਰ ਨੂੰ ਇਹ ਗੱਲ ਆਖੀ ਕਿ ਇਸ ਬੀਬੀ ਦਾ ਦੁਬਾਰਾ ਚੈੱਕਅਪ ਕੀਤਾ ਜਾਊਗਾ, ਦੁਬਾਰਾ ਸਕੈਨਿੰਗ ਹੋਗੀ, ਕਿਉਂਕਿ ਹੋ ਸਕਦਾ ਮਸ਼ੀਨਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਸਰਦਾਰ ਜੀ ਕਹਿਣ ਲੱਗੇ ਚੱਲ ਠੀਕ ਆ, ਤੁਸੀਂ ਅਗਰ ਕਹਿੰਦੇ ਆ ਤਾਂ ਮੈਂ ਫਿਰ ਦੁਬਾਰਾ ਕਰਾਉਂਦਾ। ਜਦ ਦੁਬਾਰਾ ਸਕੈਨਿੰਗ ਕੀਤੀ ਗਈ ਉਸ ਤੋਂ ਬਾਅਦ ਜਦ ਰਿਪੋਰਟਾਂ ਆਈਆਂ ਫਿਰ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਨਜ਼ਰ ਆਇਆ। ਜਦ ਕੋਈ ਰੋਗ ਨਹੀਂ, ਬਿਲਕੁਲ ਸਾਰੀਆਂ ਬਿਮਾਰੀਆਂ ਨਿਲ। ਉਹ ਡਾਕਟਰ ਹੱਕੇ ਬੱਕੇ ਕਿ ਰੋਗ ਤਾਂ ਸਾਹਮਣੇ ਦੀਦਾ ਪਰ ਮਸ਼ੀਨਾਂ ਕਿਉਂ ਨਹੀਂ ਪਕੜ ਰਹੀਆਂ ਹੈਗੀਆਂ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਬੀਬੀ ਦਾ ਘਰ ਵਾਲਾ ਹਰਦੀਪ ਸਿੰਘ ਡਾਕਟਰ ਨੂੰ ਕਹਿਣ ਲੱਗਾ ਦੇਖੋ ਹੁਣ ਵੀ ਰਿਪੋਰਟ ਬਿਲਕੁਲ ਜਿਹੜੀ ਉਹ ਨਿਲ ਆਈ ਆ, ਕੋਈ ਬਿਮਾਰੀ ਨਹੀਂ, ਇਸ ਕਰਕੇ ਤੁਸੀਂ ਸਾਨੂੰ ਕਲੀਅਰ ਸਰਟੀਫਿਕੇਟ ਦਿਓ ਮੈਡੀਕਲ ਦਾ। ਜਦ ਇੰਨੀ ਗੱਲ ਇਹੋ ਡਾਕਟਰ ਜਿਹੜੇ ਬਾਕੀ ਜਿਹੜੇ ਸੀਗੇ ਡਾਕਟਰ ਉਹਨਾਂ ਨੇ ਤਾਂ ਸਾਈਨ ਕਰ ਦਿੱਤੇ, ਪਰ ਜਿਹੜਾ ਮੇਨ ਡਾਕਟਰ ਸੀਗਾ ਉਹ ਸਾਈਨ ਨਾ ਕਰੇ। ਜਦ ਸਾਈਨ ਨਾ ਕਰੇ ਉਹ ਕਹਿਣ ਲੱਗਾ ਵੀ ਮੈਂ ਸਾਈਨ ਨਹੀਂ ਕਰਨੇ, ਕਿਉਂਕਿ ਰੋਗ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਦੀਦਾ ਹੈਗਾ, ਪਰ ਮਸ਼ੀਨਾਂ ਦੇ ਹਿਸਾਬ ਨਾਲ ਇਸ ਨੂੰ ਰੋਗ ਕੋਈ ਨਾ ਹੈਗਾ। ਬੜੀ ਹੈਰਾਨੀ ਦੀ ਗੱਲ ਆ, ਪਰ ਡਾਕਟਰ ਕਹਿਣ ਲੱਗਾ ਕਿ ਮੈਂ ਸਾਈਨ ਨਹੀਂ ਕਰਨੀ, ਇਸ ਕਰਕੇ ਤੁਸੀਂ ਜਾਵੋ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਸਰਦਾਰ ਜੀ ਜਿਹੜੇ ਸੀ ਉਹ ਕਹਿਣ ਲੱਗੇ ਡਾਕਟਰ ਸਾਹਿਬ ਨੂੰ, ਕਹਿੰਦੇ ਦੇਖੋ ਡਾਕਟਰ ਤੁਹਾਡੇ, ਮਸ਼ੀਨਾਂ ਤੁਹਾਡੀਆਂ, ਸਭ ਕੁਛ ਤੁਹਾਡਾ, ਤਾਂ ਫਿਰ ਇਹਨਾਂ ਮਸ਼ੀਨਾਂ 'ਤੇ ਡਾਕਟਰਾਂ 'ਤੇ ਤੁਹਾਨੂੰ ਯਕੀਨ ਨਹੀਂ ਹੈਗਾ। ਤਾਂ ਉਹ ਕਹਿਣ ਲੱਗਾ ਕਿ ਮੈਂ ਮੰਨਦਾ ਹੈਗਾ ਕਿ ਡਾਕਟਰਾਂ ਨੇ ਇਹ
ਪੂਰੀ ਤਰ੍ਹਾਂ ਚੈੱਕ ਕੀਤਾ, ਮਸ਼ੀਨਾਂ ਨੇ ਵੀ ਚੈੱਕ ਕੀਤਾ। ਰੋਗ ਭਾਵੇਂ ਡਾਕਟਰੀ ਮਸ਼ੀਨਾਂ ਦੇ ਹਿਸਾਬ ਦੇ ਨਾਲ ਕੋਈ ਨਹੀਂ, ਪਰ ਇਹ ਜਿਹੜਾ ਰੋਗ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਤਾਂ ਹੈਗਾ। ਤਾਂ ਫਿਰ ਉਹ ਸਰਦਾਰ ਜੀ ਕਹਿਣ ਲੱਗੇ, ਕਹਿੰਦੇ ਇਹ ਤੇਰੀਆਂ ਅੱਖਾਂ ਦਾ ਧੋਖਾ ਵੀ ਹੋ ਸਕਦਾ ਹੈਗਾ। ਜਦ ਇੰਨੀ ਗੱਲ ਹੋਈ, ਉਹ ਡਾਕਟਰ ਜਿਹੜਾ ਸੀਗਾ ਉਹ ਫਿਰ ਕਹਿਣ ਲੱਗਾ ਕਿ ਫਿਰ ਹਾਲ ਤੁਸੀਂ ਜਾਵੋ, ਮੈਂ ਸੋਚ ਵਿਚਾਰ ਕੇ ਫੇਰ ਸਾਈਨ ਕਰੂੰਗਾ। ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਸੀਗਾ ਹੈ ਨਾ, ਫਿਰ ਵਾਪਸ ਲੁਧਿਆਣੇ ਆ ਗਿਆ। ਜਦ ਲੁਧਿਆਣੇ ਆ ਗਿਆ, ਫਿਰ ਉਸ ਗੁਰਸਿੱਖ ਨਾਲ ਗੱਲ ਕੀਤੀ। ਗੱਲ ਕਰਦਿਆਂ ਫਿਰ ਉਸ ਸਿੱਖ ਨੇ ਇਸ ਪਰਿਵਾਰ ਨੂੰ ਦੱਸਿਆ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਤੁਸੀਂ ਬੇਨਤੀ ਕੀਤੀ ਸੀਗੀ ਕਿ ਗੁਰੂ ਸਾਹਿਬ ਤੁਸੀਂ ਸਾਡੇ ਨਾਲ ਚੱਲੋ, ਤਾਂ ਫਿਰ ਤੁਸੀਂ ਕਿਵੇਂ ਉਸ ਲੜਕੀ 'ਤੇ ਭਰੋਸਾ ਕਰ ਲਿਆ? ਜਦ ਲੜਕੀ 'ਤੇ ਭਰੋਸਾ ਕੀਤਾ, ਉਹਨੇ ਕੀ ਪਤਾ ਡਾਕਟਰਾਂ ਦੇ ਨਾਲ ਕਿਹੜੀ ਗੱਲਬਾਤ ਕੀਤੀ, ਕਿਹੜੀ ਨਹੀਂ ਕੀਤੀ। ਉਸ ਤੋਂ ਬਾਅਦ ਫਿਰ ਡਾਕਟਰ ਨੇ ਬਿਨਾਂ ਦੇਖੇ ਤੋਂ ਤੁਹਾਨੂੰ ਇਹ ਕਹਿਤਾ ਕਿ ਤੁਸੀਂ ਹੌਸਪੀਟਲ ਤੋਂ ਬਾਹਰ ਚਲ ਜਾਓ, ਕਿਉਂਕਿ ਰੋਗ ਤੁਹਾਡਾ ਨਜ਼ਰ ਆ ਰਿਹਾ ਹੈਗਾ। ਪਰ ਦੇਖੋ ਗੁਰੂ ਕਿਵੇਂ ਵਰਤਿਆ। ਡਾਕਟਰਾਂ ਦੀਆਂ ਮਸ਼ੀਨਾਂ ਜਿਹੜੀਆਂ ਉਸ ਹੌਸਪੀਟਲ ਦੇ ਵਿੱਚ ਚੈੱਕਅਪ ਵਾਲੀਆਂ ਸੀਗੀਆਂ, ਉਹਨਾਂ ਮਸ਼ੀਨਾਂ ਉੱਤੇ ਗੁਰੂ ਕਿਵੇਂ ਵਰਤਿਆ ਕਿ ਕੋਈ ਰੋਗ ਤੁਹਾਡੀ ਘਰ ਵਾਲੀ ਦੀ ਚੈਸਟ ਵਿੱਚ ਨਜ਼ਰ ਨਹੀਂ ਆਇਆ। ਸਾਰੀਆਂ ਰਿਪੋਰਟਾਂ ਬਿਲਕੁਲ ਕਲੀਅਰ ਸਾਫ਼ ਨਜ਼ਰ ਆਈਆਂ, ਬਿਲਕੁਲ ਰੋਗ ਨਿਲ ਸੀਗਾ। ਤਾਂ ਫਿਰ ਉਸ ਗੁਰਸਿੱਖ ਨੇ ਇਸ ਪਰਿਵਾਰ ਨੂੰ ਦੱਸਿਆ ਕਿ ਦੇਖੋ ਗੁਰੂ ਜਿਹੜਾ ਹੈ ਨਾ ਹਮੇਸ਼ਾ ਸਮਰੱਥ ਹੈ। ਥੋੜ੍ਹੀ ਜਿਹੀ ਵੀ ਸ਼ੰਕਾ ਆ ਜਾਵੇ ਹੈ ਨਾ, ਅਤੇ ਗੁਰੂ ਜਿਹੜਾ ਹੈਗਾ ਉਹਦਾ ਵਰਤਾਰਾ ਪਿੱਛੇ ਹਟ ਜਾਂਦਾ ਹੈਗਾ। ਇਸ ਕਰਕੇ ਕਿਸੇ ਤਰ੍ਹਾਂ ਦੀ ਸ਼ੰਕਾ ਨਹੀਂ ਕਰਨੀ। ਪਰ ਅਗਰ ਉਹਨਾਂ ਤੁਹਾਡੀਆਂ ਮੈਡੀਕਲ ਰਿਪੋਰਟਾਂ ਵਿੱਚ ਗੁਰੂ ਵਰਤ ਗਿਆ ਅਤੇ ਬਾਕੀ 5 ਡਾਕਟਰਾਂ ਨੇ ਸਾਈਨ ਕਰਦੇ, ਪਰ ਜਿਹੜਾ ਮੇਨ ਡਾਕਟਰ ਆ ਜਿਹਨੇ ਅਜੇ ਤੱਕ ਸਾਈਨ ਨਹੀਂ ਕੀਤੀ, ਉਹਦੇ ਵਿੱਚ ਵੀ ਗੁਰੂ ਵਰਤੂਗਾ। ਤੁਸੀਂ ਗੁਰੂ 'ਤੇ ਪੂਰਨ ਭਰੋਸਾ ਰੱਖ ਕੇ ਤੁਰਿਓ। ਦੁਬਾਰਾ ਜਾਓ, ਫਿਰ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ 2.5 ਘੰਟੇ ਦਾ ਨੇਮ ਕਰੋ, ਅਰਦਾਸ ਬੇਨਤੀ ਕਰੋ, ਫਿਰ ਬੇਨਤੀ ਕਰੋ ਕਿ ਗੁਰੂ ਸਾਹਿਬ ਤੁਸੀਂ ਮੇਰੇ ਨਾਲ ਚੱਲੋ। ਤਾਂ ਫਿਰ ਤੁਸੀਂ ਦੇਖੋ ਕਿ ਗੁਰੂ ਦੀ ਤਾਕਤ ਨੂੰ ਕੌਣ ਰੋਕ ਸਕਦਾ ਹੈਗਾ। ਕਿਹੜਾ ਝੱਲੇ ਗੁਰੂ ਕੀ ਚੱਲ। ਜਦ ਉਸ ਗੁਰਸਿੱਖ ਨੇ ਇਸ ਪਰਿਵਾਰ ਨੂੰ ਦੁਆਰਾ ਪੱਕਾ ਕੀਤਾ, ਫਿਰ ਇਹ ਪਰਿਵਾਰ ਦਿੱਲੀ ਗਿਆ। ਜਦ ਉਹ ਉਸ ਹੌਸਪੀਟਲ 'ਚ ਗਿਆ ਅਤੇ ਜਦ ਉਹ ਡਾਕਟਰ ਦੇ ਸਾਹਮਣੇ ਬੈਠਾ, ਉਹ ਡਾਕਟਰ ਜਿਹੜਾ ਸੀਗਾ ਕਹਿਣ ਲੱਗਾ ਕਿ ਹਾਂ ਮੈਂ ਆਪ ਦੀਆਂ ਜਿਹੜੀਆਂ 2 ਰਿਪੋਰਟਾਂ ਲਈਆਂ, ਪਰ ਮੇਰਾ ਮਨ ਕਰਦਾ ਕਿ ਇੱਕ ਵਾਰੀ ਦੁਬਾਰਾ ਚੈਕਿੰਗ ਤੁਹਾਡੀ ਕੀਤੀ ਜਾਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਦੇ ਜਿਹੜੇ ਸਰਦਾਰ ਹਰਦੀਪ ਸਿੰਘ ਸੀ, ਉਹ ਡਾਕਟਰ ਨੂੰ ਕਹਿਣ ਲੱਗੇ, ਡਾਕਟਰ ਸਾਹਿਬ ਇਹ ਦੁਬਾਰਾ ਚੈਕਿੰਗ ਕਿੰਨੀ ਵਾਰੀ ਕਰੋਗੇ? ਤੁਹਾਡੀਆਂ ਮਸ਼ੀਨਾਂ, ਤੁਹਾਡੀਆਂ ਰਿਪੋਰਟਾਂ, ਤੁਹਾਡੇ ਡਾਕਟਰ ਅਤੇ ਤੁਹਾਡੇ ਡਾਕਟਰਾਂ ਨੇ ਸਾਈਨ ਵੀ ਕਰ ਦਿੱਤੇ ਆ, ਸਿਰਫ ਤੁਹਾਡਾ ਹੀ ਸਾਈਨ ਬਾਕੀ ਹੈਗਾ। ਜਦ ਇੰਨੀ ਗੱਲ ਹੋਈ ਤਾਂ ਡਾਕਟਰ ਜਿਹੜਾ ਸੀ ਫਿਰ ਚੁੱਪ ਕਰ ਗਿਆ। ਚੁੱਪ ਕਰਨ ਤੋਂ ਬਾਅਦ ਫਿਰ ਡਾਕਟਰ ਜਿਹੜਾ ਸੀ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਇਸ ਬੀਬੀ ਦਾ ਰੋਗ ਚੈਸਟ ਦਾ ਸਾਹਮਣੇ ਨਜ਼ਰ ਆਉਂਦਾ ਹੈਗਾ, ਤੁਹਾਨੂੰ ਵੀ ਆਉਂਦਾ, ਮੈਨੂੰ ਵੀ ਨਜ਼ਰ ਆਉਂਦਾ, ਮਸ਼ੀਨਾਂ ਨਹੀਂ ਦੱਸਦੀਆਂ, ਡਾਕਟਰ ਨੇ ਬਾਕੀਆਂ ਨੇ ਸਾਰਿਆਂ ਨੇ ਸਾਈਨ ਕਰ ਦਿੱਤੇ ਵੀ ਕੋਈ ਰੋਗ ਨਹੀਂ, ਪਰ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਕਰਦੇ ਸੀਗੇ, ਕੀ ਕਰਦੇ ਰਹੇ ਹੋ? ਤੁਸੀਂ ਇਸ ਦਾ ਮੈਨੂੰ ਭੇਦ ਦੱਸੋ ਕਿ ਕਿਵੇਂ ਮਸ਼ੀਨਾਂ ਜਿਹੜੀਆਂ ਤੁਹਾਡੀ ਘਰ ਵਾਲੀ ਦਾ ਰੋਗ ਜਿਹੜਾ ਹੈਗਾ ਉਹ ਇਹਨਾਂ ਰਿਪੋਰਟਾਂ ਦੇ ਵਿੱਚ ਦੱਸ ਨਹੀਂ ਰਹੀਆਂ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਸਰਦਾਰ ਜੀ ਮੁਸਕਰਾ ਪਏ। ਉਹ ਕਹਿਣ ਲੱਗੇ, ਡਾਕਟਰ ਸਾਹਿਬ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ, ਪਰ ਤੁਸੀਂ ਪਹਿਲਾਂ ਸਾਈਨ ਕਰਕੇ ਸਾਨੂੰ ਜਿਹੜਾ ਨਾ ਉਹ ਸਰਟੀਫਿਕੇਟ ਮੈਡੀਕਲ ਦਾ ਕਲੀਅਰ ਵਾਲਾ ਉਹ ਜ਼ਰੂਰ ਦੇ ਦਿਓ। ਉਹ ਡਾਕਟਰ ਜਿਹਨੇ ਕੀ ਕੀਤਾ, ਫਿਰ ਉਸ ਟਾਈਮ ਬਾਕੀ ਡਾਕਟਰਾਂ ਨੇ ਤਾਂ ਪਹਿਲਾਂ ਸਾਈਨ ਕੀਤੇ ਸੀ, ਉਹ ਸਰਟੀਫਿਕੇਟ 'ਤੇ ਆਪਣਾ ਜਿਹੜਾ ਸੀਗਾ ਸਾਈਨ ਕਰਕੇ ਮੋਹਰ ਲਾਤੀ ਅਤੇ ਕਹਿਣ ਲੱਗਾ ਜੀ ਹੁਣ ਮੈਨੂੰ ਦੱਸੋ ਕਿ ਕਾਰਨ ਕੀ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਸਰਦਾਰ ਹਰਦੀਪ ਸਿੰਘ ਹੋਣਾ ਨੇ ਉਸ ਡਾਕਟਰ ਨੂੰ ਦੱਸਿਆ ਸੀਗਾ ਕਿ ਡਾਕਟਰ ਸਾਹਿਬ ਗੱਲ ਜਿਹੜੀ ਆ ਨਾ ਉਹ ਭਰੋਸੇ ਦੀ ਆ। ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦਾ ਆਸਰਾ ਤੱਕਿਆ ਸੀ, ਔਰ ਜਿਸ ਤਰ੍ਹਾਂ ਅਸੀਂ ਆਸਰਾ ਤੱਕਿਆ ਸੀ ਉਹ ਸਾਰੀ ਗੱਲਬਾਤ ਉਹ ਸਿੰਘ ਨੇ ਉਸ ਡਾਕਟਰ ਨਾਲ ਸਾਂਝੀ ਕੀਤੀ ਅਤੇ ਨਾਲ ਇਹ ਵੀ ਆਖ ਦਿੱਤਾ ਕਿ ਅਸੀਂ ਗੁਰੂ ਸਾਹਿਬ ਨੂੰ ਆਖਿਆ ਕਿ ਤੁਸੀਂ ਸਾਡੇ ਨਾਲ ਚੱਲੋ। ਅਤੇ ਜਿਸ ਕਰਕੇ ਤੁਹਾਡੀਆਂ ਮਸ਼ੀਨਾਂ ਨੇ ਜਿਹੜਾ ਸੀ ਗੁਰੂ ਸਾਹਿਬ ਦੇ ਆਉਣ ਕਾਰਨ ਇਹ ਜਿਹੜੇ ਰੋਗ ਸੀਗੇ ਇਹਨਾਂ ਸਾਰੇ ਰੋਗਾਂ ਦੇ ਉੱਤੇ ਉਹ ਪਾਣੀ ਫੇਰ ਦਿੱਤਾ ਹੈਗਾ। ਜਦ ਇੰਨੀ ਗੱਲ ਹੋਈ ਉਹ ਡਾਕਟਰ ਹੱਕਾ ਬੱਕਾ ਹੋ ਗਿਆ। ਉਸੇ ਟਾਈਮ ਉਸ ਡਾਕਟਰ ਨੇ ਆਪਣੇ ਕੰਨਾਂ ਨੂੰ ਹੱਥ ਲੈ ਉੱਠ ਕੇ ਖੜਾ ਹੋਇਆ ਵੀ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਮੇਰੇ ਹੌਸਪੀਟਲ ਵਿੱਚ ਆ ਕੇ ਚਰਨ ਪਾਏ ਔਰ ਤੁਹਾਡੀ ਪੱਤ ਰੱਖੀ ਆ, ਮੈਂ ਇਸ ਗੁਰੂ ਤੋਂ ਸਦਕੇ ਜਾਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜਾ ਗੁਰਸਿੱਖਾਂ ਦੇ ਅੰਦਰ ਗੁਰੂ ਦੇ ਪ੍ਰਤੀ ਪੂਰਨ ਸ਼ਰਧਾ, ਪੂਰਨ ਨਿਮਰਤਾ, ਪੂਰਨ ਵਿਸ਼ਵਾਸ ਹੈ ਅਤੇ ਪੂਰਨ ਸਦਕ ਹੈ, ਫਿਰ ਬੇੜੇ ਵੀ ਉਹਨਾਂ ਦੇ ਪਾਰ ਹੁੰਦੇ ਆ ਜਿਵੇਂ ਇਸ ਪਰਿਵਾਰ ਦੇ ਬੇੜੇ ਪਾਰ ਹੋਏ ਕਿ ਐਡਾ ਭਾਰਾ ਰੋਗ ਜਿਹੜਾ ਛਾਤੀ ਦੇ ਵਿੱਚ ਉਸ ਬੀਬੀ ਦੇ ਸੀਗਾ, ਜਿਹੜਾ ਬਾਹਰ ਦਿਖਾਈ ਸਭ ਨੂੰ ਦੇ ਰਿਹਾ ਸੀ,
ਪਰ ਉਸ ਰੋਗ ਨੂੰ ਮਸ਼ੀਨਾਂ ਦੱਸ ਨਹੀਂ ਸਕੀਆਂ, ਜਦ ਕਿ ਮਸ਼ੀਨਾਂ ਬਰੀਕ ਤੋਂ ਬਰੀਕ ਰੋਗ ਨੂੰ ਪਕੜਦੀਆਂ। ਪਰ ਦੇਖੋ ਇੱਥੇ ਗੁਰੂ ਕਿਵੇਂ ਵਰਤਿਆ, ਇਹ ਸਭ ਗੁਰੂ ਦੀ ਅਚਰਜ ਖੇਡ, ਅਚਰਜ ਲੀਲਾ ਹੈ। ਸੋ ਦਾਸ ਇੰਨੇ ਹੀ ਬਚਨ ਆਪ ਸਾਰਿਆਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।